ਹੈਲੋ ਗਾਇਜ਼ ਲਰਨਿੰਗ ਲੌਟ ਤੇ ਤੁਹਾਡਾ ਸਵਾਗਤ ਆ। ਸੋ ਦੋਸਤੋ ਅੱਜ ਦਾ ਜਿਹੜਾ ਆਪਣਾ ਟੌਪਿਕ ਉਹ ਹੈ ਟਾਈਪਸ ਆਫ ਇੰਟਰਨੈਟ। ਮਤਲਬ ਇੰਟਰਨੈਟ ਦੀਆਂ ਉਹ ਕਿਸਮਾਂ ਜਿਹਦੇ ਰਾਹੀਂ ਇੰਟਰਨੈਟ ਸਰਵਿਸ ਦਿੱਤੀ ਜਾਂਦੀ ਆ, ਵੀ ਕਿੰਨੇ ਪ੍ਰਕਾਰ ਦੀਆਂ ਕਿਸਮਾਂ ਦੇ ਵਿੱਚ ਇੰਟਰਨੈਟ ਸਰਵਿਸ ਦਿੱਤੀ ਜਾਂਦੀ ਆ। ਸੋ ਦੋਸਤੋ ਜਿਹੜਾ ਇਹ ਆਪਣਾ ਟੌਪਿਕ ਇਹ ਆਪਣਾ ਪਿਛਲੇ ਆਏ ਹੋਏ ਟੌਪਿਕ ਇੰਟਰਨੈਟ ਦੇ ਆਧਾਰ ਉੱਤੇ ਹੈ। ਸੋ ਤੁਸੀਂ ਅਗਰ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਮੈਂ ਤੁਹਾਨੂੰ ਲਿੰਕ ਸ਼ੇਅਰ ਕਰ ਦਿੰਦਾ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ, ਤੁਸੀਂ ਉੱਥੇ ਜਾ ਕੇ ਉਹ ਵੀਡੀਓਜ਼ ਦੇਖ ਸਕਦੇ ਹੋ। ਸੋ ਉਸ ਦੇ ਵਿੱਚ ਆਪਾਂ ਇੰਟਰਨੈਟ ਬਾਰੇ ਗੱਲ ਕਰੀ ਸੀਗੀ ਅਤੇ ਟੂਲਸ ਐਂਡ ਸੋਫਟਵੇਅਰ ਬਾਰੇ ਗੱਲ ਕਰੀ ਸੀ। ਸੋ ਉਸ ਤੋਂ ਬਾਅਦ ਆਪਾਂ ਨੇ ਇਹ ਟਾਈਪਸ ਆਫ ਇੰਟਰਨੈਟ ਆਪਣਾ ਰਹਿ ਗਿਆ ਸੀਗਾ, ਸੋ ਆਪਾਂ ਉਹ ਅੱਜ ਪੂਰਾ ਕਰ ਦਾਂਗੇ। ਸੋ ਦੋਸਤੋ ਅਗਰ ਤੁਸੀਂ ਮੇਰੇ ਚੈਨਲ ਦੇ ਉੱਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਕਿੱਥੇ ਕਿਹੜੀ ਕਮੀ ਰਹਿ ਗਈ। ਸੋ ਚਲੋ ਆਪਾਂ ਜ਼ਿਆਦਾ ਗੱਲ ਨਾ ਕਰਦੇ ਹੋਏ ਆਪਣਾ ਲੈਸਨ ਸਟਾਰਟ ਕਰਦੇ ਹਾਂ। ਸੋ ਦੋਸਤੋ ਆਪਾਂ ਟਾਈਪਸ ਆਫ ਇੰਟਰਨੈਟ ਦੇ ਵਿੱਚ ਸਭ ਤੋਂ ਪਹਿਲਾਂ ਪੜ੍ਹਾਂਗੇ ਡਾਇਲ ਅਪ ਇੰਟਰਨੈਟ ਐਕਸੈਸ। ਮਤਲਬ ਡਾਇਲ ਅਪ ਇੰਟਰਨੈਟ ਐਕਸੈਸ ਕੀ ਹੈ। ਸੋ ਚਲੋ dial up internet access is a form of internet access that uses to facilitate public switched telephone networks to establish a connection to an internet service provider by dialing a telephone number on a conventional telephone lines. Dial up internet uses your phone line, so unless you have multiple phone lines you will not be able to use your landline and internet at the same time. This is all techniques. Without phone line you don't use internet. So ਇੱਥੇ ਕੀ ਕਿਹਾ ਗਿਆ, dial up internet access ਇੱਕ ਤਰ੍ਹਾਂ ਦੀ ਉਹ ਇੰਟਰਨੈਟ ਸਰਵਿਸ ਆ ਜਿਹੜੀ ਕਿ ਸਭ ਤੋਂ ਪੁਰਾਣੀ ਆ, ਸਭ ਤੋਂ ਪਹਿਲੇ ਨੰਬਰ 'ਤੇ ਆਈ ਸੀਗੀ। ਜਦੋਂ ਕਿ ਇਸ ਦੇ ਵਿੱਚ ਕੀ ਹੁੰਦਾ ਦੋਸਤੋ ਕਿ ਤੁਹਾਡੇ ਕੋਲੇ ਫ਼ੋਨ ਲਾਈਨ ਹੋਣਾ ਜ਼ਰੂਰੀ ਹੈ। ਅਗਰ ਤੁਹਾਡੇ ਕੋਲੇ ਫ਼ੋਨ ਲਾਈਨ ਨਹੀਂ ਹੈ ਤਾਂ ਤੁਸੀਂ ਇੰਟਰਨੈਟ ਦੀ ਸਰਵਿਸ ਨਹੀਂ ਲੈ ਸਕਦੇ। ਅਗਰ ਤੁਹਾਡੇ ਕੋਲੇ ਲੈਂਡਲਾਈਨ ਕਨੈਕਸ਼ਨ ਚੱਲ ਰਿਹਾ ਘਰ ਦੇ ਵਿੱਚ ਤਾਂ ਤੁਸੀਂ ਇੰਟਰਨੈਟ ਸਰਵਿਸ ਲੈ ਸਕਦੇ ਸੀ ਉਸ ਦੇ ਨਾਲ। ਇਹ ਇੱਕ ਤਰ੍ਹਾਂ ਦੀ ਰਵਾਇਤੀ ਟੈਲੀਫੋਨ ਲਾਈਨ ਦੇ ਨਾਲ ਚੱਲਦੀ ਸੀਗੀ, ਠੀਕ ਆ। ਇਹ ਇੱਕ ਰਵਾਇਤੀ ਟੈਲੀਫੋਨ ਲਾਈਨ ਦੇ ਨਾਲ ਚੱਲਦੀ ਸੀ। ਸੋ ਇਸ ਦੇ ਵਿੱਚ ਤੁਸੀਂ ਅਗਰ ਤੁਹਾਡੇ ਕੋਲ ਲੈਂਡਲਾਈਨ ਇੰਟਰਨੈਟ ਦਾ ਕਨੈਕਸ਼ਨ ਨਹੀਂ ਹੈਗਾ ਤਾਂ ਤੁਸੀਂ ਇੰਟਰਨੈਟ ਦੀ ਵਰਤੋਂ ਨਹੀਂ ਕਰ ਸਕਦੇ। ਸੋ ਇਹ ਇੱਕ ਕਿਸਮ ਹੋ ਗਈ ਡਾਇਲ ਅਪ ਇੰਟਰਨੈਟ ਐਕਸੈਸ ਦੀ। ਸੋ ਉਸ ਤੋਂ ਆਪਾਂ ਅੱਗੇ ਪੜ੍ਹਦੇ ਹਾਂ। ਸੋ ਨੈਕਸਟ ਹੈ ਡਿਜੀਟਲ ਸਬਸਕ੍ਰਾਈਬਰ ਲਾਈਨ। Digital subscriber line is a communication medium which is used to transfer internet through copper wire telephone communication line that is used to transmit digital data over telephone lines. DSL service uses a broadband connection which makes it much faster than dial-up DSL connection to the internet view phone line but does not require you to have a landline at a home. So ਇੱਥੇ ਕੀ ਕਹਿੰਦੇ ਨੇ ਕਿ ਜਿਹੜੀ ਡਿਜੀਟਲ ਸਬਸਕ੍ਰਾਈਬਰ ਲਾਈਨ ਦੀ ਸਰਵਿਸ ਆ, ਇਹ ਜਿਹੜੀ ਡਾਇਲ ਅਪ ਸਰਵਿਸ ਆ ਉਸ ਤੋਂ ਅੱਗੇ ਦੀ ਸਰਵਿਸ ਆ। ਇਹਦੇ ਵਿੱਚ ਇੱਕ ਬ੍ਰੌਡਬੈਂਡ ਕਨੈਕਸ਼ਨ ਹੁੰਦਾ ਗਾ ਜਿਹੜਾ ਕਿ ਡਾਇਲ ਅਪ ਨਾਲੋਂ ਥੋੜ੍ਹਾ ਜਿਹਾ ਤੇਜ਼ ਬਣਾਉਂਦਾ ਗਾ, ਇੰਟਰਨੈਟ ਨੂੰ ਤੇਜ਼ ਬਣਾਉਂਦਾ ਗਾ, ਠੀਕ ਆ। ਸੋ ਜਿਹੜੀ ਡਿਜੀਟਲ ਸਬਸਕ੍ਰਾਈਬਰ ਲਾਈਨ ਆ ਇਹਦੇ ਵਿੱਚ ਕੀ ਹੋਣਾ ਜ਼ਰੂਰੀ ਆ, ਇਹਦੇ ਵਿੱਚ ਇੱਕ ਫ਼ੋਨ ਲਾਈਨ ਦਾ ਹੋਣਾ ਜ਼ਰੂਰੀ ਆ। ਅਗਰ ਤੁਹਾਡੇ ਘਰ ਦੇ ਵਿੱਚ ਫ਼ੋਨ ਲਾਈਨ ਪਹੁੰਚ ਰਹੀ ਆ ਤਾਂ ਤੁਸੀਂ ਇਸ ਸਰਵਿਸ ਦਾ ਆਨੰਦ ਲੈ ਸਕਦੇ ਹੋ। ਬਟ ਜ਼ਰੂਰੀ ਨਹੀਂ ਹੈਗਾ ਕਿ ਤੁਹਾਡੇ ਘਰ ਦੇ ਵਿੱਚ ਲੈਂਡਲਾਈਨ ਹੋਣਾ ਜ਼ਰੂਰੀ ਆ, ਜਿਹੜਾ ਕਿ ਡਾਇਲ ਅਪ ਦੇ ਵਿੱਚ ਜ਼ਰੂਰੀ ਸੀਗਾ, ਠੀਕ ਆ। ਮਤਲਬ ਜਿਹੜੇ ਆਪਣੇ ਫ਼ੋਨ ਹੁੰਦੇ ਨੇਗੇ ਲੈਂਡਲਾਈਨ ਨੰਬਰ ਵਾਲੇ, ਅਗਰ ਉਹ ਪਹਿਲਾਂ ਜਿਹੜਾ ਡਾਇਲ ਅਪ ਸਰਵਿਸ ਆ ਉਹਦੇ ਵਿੱਚ ਲੈਂਡਲਾਈਨ ਹੋਣਾ ਜ਼ਰੂਰੀ ਸੀਗਾ, ਹੈ ਨਾ। ਅਗਰ ਤੁਸੀਂ ਤੁਹਾਡੇ ਘਰ ਦੇ ਵਿੱਚ ਫ਼ੋਨ ਲਾਈਨ ਦੇ ਵਿੱਚ ਲੈਂਡਲਾਈਨ ਨੰਬਰ ਚੱਲ ਰਿਹਾ ਤਾਂ ਤੁਸੀਂ ਉਸ ਸਰਵਿਸ ਦਾ ਆਨੰਦ ਲੈ ਸਕਦੇ ਸੀ। ਬਟ ਇਹਦੇ ਵਿੱਚ ਕੀ ਸੀ ਕਿ ਇਹਦੇ ਵਿੱਚ ਜ਼ਰੂਰੀ ਨਹੀਂ ਸੀਗਾ ਕਿ ਤੁਹਾਡੇ ਘਰ ਲੈਂਡਲਾਈਨ ਨੰਬਰ ਹੋਵੇ, ਬਟ ਤੁਹਾਡੇ ਘਰ ਫ਼ੋਨ ਲਾਈਨ ਹੋਣਾ ਜ਼ਰੂਰੀ ਹੈ ਜਿਹੜੀ ਕਿ ਤੁਹਾਨੂੰ ਇੰਟਰਨੈਟ ਨਾਲ ਜੋੜਦੀ ਆ। ਸੋ ਡਿਜੀਟਲ ਸਬਸਕ੍ਰਾਈਬਰ ਲਾਈਨ ਇੱਕ ਬ੍ਰੌਡਬੈਂਡ ਕਨੈਕਸ਼ਨ ਜਿਹੜਾ ਕਿ ਤੁਹਾਡੇ ਇੰਟਰਨੈਟ ਨੂੰ ਡਾਇਲ ਅਪ ਨਾਲੋਂ ਤੇਜ਼ ਬਣਾਉਂਦਾ ਗਾ। ਸੋ ਇਸ ਦੇ ਵਿੱਚ ਜ਼ਰੂਰੀ ਨਹੀਂ ਕਿ ਲੈਂਡਲਾਈਨ ਤੁਹਾਡੇ ਕੋਲ ਹੋਵੇ, ਬਸ ਤੁਹਾਡੇ ਕੋਲ ਇੱਕ ਫ਼ੋਨ ਲਾਈਨ ਹੋਣਾ ਜ਼ਰੂਰੀ ਹੈ। ਨੈਕਸਟ ਹੈ ਕੇਬਲ ਇੰਟਰਨੈਟ ਐਕਸੈਸ। In telecommunication, cable internet access, shortened to cable internet, is a form of broadband internet access which uses the same infrastructure as a cable television. ਸੋ ਇਸ ਦੇ ਵਿੱਚ ਕੀ ਸੀ ਕਿ ਕੇਬਲ ਟੀ ਵੀ ਦੇ ਰਾਹੀਂ ਇੰਟਰਨੈਟ ਸਰਵਿਸ ਦਿੱਤੀ ਜਾਣ ਲੱਗੀ, ਠੀਕ ਆ। ਕਹਿਣ ਦਾ ਮਤਲਬ ਜੇ ਤੁਹਾਡੇ ਘਰ ਦੇ ਵਿੱਚ ਕੇਬਲ ਟੀ ਵੀ ਲੱਗਿਆ ਹੋਇਆ ਚੱਲ ਰਿਹਾ ਹੈ ਨਾ, ਤੁਹਾਡੇ ਏਰੀਏ ਦੇ ਵਿੱਚ ਕੇਬਲ ਟੀ ਵੀ ਦੀ ਜਿਹੜੀ ਵਾਇਰ ਆ ਉਹ ਪਹੁੰਚ ਰਹੀ ਆ ਤਾਂ ਉਸ ਦੇ ਰਾਹੀਂ ਤੁਸੀਂ ਇੰਟਰਨੈਟ ਸਰਵਿਸ ਦਾ ਆਨੰਦ ਲੈ ਸਕਦੇ ਹੋ। ਸੋ ਇਸ ਦੇ ਲਈ ਜ਼ਰੂਰੀ ਹੁੰਦਾ ਗਾ ਕੇਬਲ ਲਾਈਨ ਦਾ ਤੁਹਾਡੇ ਏਰੀਏ ਦੇ ਵਿੱਚ ਹੋਣਾ। ਸੋ ਇਹਦੇ ਵਿੱਚ ਇਹ ਜਿਹੜੀ ਇੰਟਰਨੈਟ ਸਰਵਿਸ ਆ ਇਹ ਡਾਇਲ ਅਪ ਅਤੇ DSL ਦੋਵਾਂ ਨਾਲੋਂ ਥੋੜ੍ਹੀ ਜਿਹੀ ਫਾਸਟ ਹੁੰਦੀ ਆ, ਠੀਕ ਆ। ਬਸ ਇਹਦੇ ਲਈ ਤੁਹਾਡੇ ਏਰੀਏ ਦੇ ਵਿੱਚ ਇੱਕ ਕੇਬਲ ਲਾਈਨ ਹੋਣਾ ਜ਼ਰੂਰੀ ਆ ਤਾਂ ਤੁਸੀਂ ਅਗਰ ਤੁਹਾਡੇ ਏਰੀਏ ਦੇ ਵਿੱਚ ਕੇਬਲ ਲਾਈਨ ਹੈ ਤਾਂ ਤੁਸੀਂ ਇੰਟਰਨੈਟ ਸਰਵਿਸ ਲੈ ਸਕਦੇ ਹੋ। ਨੈਕਸਟ ਹੈ ਸੈਟੇਲਾਈਟ ਇੰਟਰਨੈਟ। Satellite internet is the ability to transmit and receive data from a relatively small satellite dish on Earth.
ਕਹਿਣ ਦਾ ਮਤਲਬ ਇਹਦੇ ਵਿੱਚ ਇੱਕ ਸੈਟੇਲਾਈਟ ਰਾਹੀਂ ਤੁਹਾਨੂੰ ਇੰਟਰਨੈਟ ਦੀ ਸਰਵਿਸ ਦਿੱਤੀ ਜਾਂਦੀ ਆ। ਤੁਸੀਂ ਦੇਖਿਆ ਹੋਊਗਾ ਨਾ ਕਿ ਕਈ ਲੋਕ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਤੇ ਛੋਟੀਆਂ ਡਿਸ਼ਸ ਲਾਉਂਦੇ ਨੇਗੇ, ਬਿਲਕੁਲ ਉਸ ਤਰ੍ਹਾਂ ਕੰਮ ਕਰਦੀ ਹੈ ਜਿਵੇਂ ਕਿ ਇੱਕ ਤੁਹਾਡੇ ਘਰੇ ਕੋਈ ਤੁਸੀਂ ਟੀਵੀ ਦੀ ਡਿਸ਼ ਲਗਾਈ ਹੋਈ ਆ ਜਿਹਦੇ ਰਾਹੀਂ ਤੁਹਾਡੇ ਕੋਲੇ ਟੀਵੀ ਦੇ ਚੈਨਲਸ ਪਹੁੰਚ ਰਹੇ ਨੇ। ਉਸੇ ਤਰ੍ਹਾਂ ਇੱਕ ਇੱਦਾਂ ਦੀਆਂ ਡਿਸ਼ਸ ਹੁੰਦੀਆਂ ਜਿਹਦੇ ਰਾਹੀਂ ਸੈਟੇਲਾਈਟ ਰਾਹੀਂ ਤੁਹਾਡੇ ਕੋਲ ਇੰਟਰਨੈਟ ਸਰਵਿਸ ਪਹੁੰਚਦੀ ਹੈ। ਇਹਦੇ ਵਿੱਚ ਇੱਕ ਬਹੁਤ ਵੱਡਾ ਸੈਟਅਪ ਕੀਤਾ ਹੁੰਦਾ ਗਾ ਜਿਸ ਦੇ ਰਾਹੀਂ ਤੁਹਾਡੇ ਕੋਲ ਇੰਟਰਨੈਟ ਸਰਵਿਸ ਪਹੁੰਚਦੀ ਆ। ਠੀਕ ਆ, ਇਹ ਆਧੁਨਿਕ ਸੈਟੇਲਾਈਟ ਇੰਟਰਨੈਟ ਸਰਵਿਸ ਆ ਜਿਹੜੀ ਕਿ ਤੁਹਾਨੂੰ ਨਾ ਸੈਟੇਲਾਈਟ ਕਨੈਕਸ਼ਨ ਰਾਹੀਂ ਦਿੱਤੀ ਜਾਂਦੀ ਹੈ। ਠੀਕ ਹੈ, ਇਹ ਇੱਕ ਬਰੋਡਬੈਂਡ ਕਨੈਕਸ਼ਨ ਹੁੰਦਾ ਗਾ, ਬਰੋਡਬੈਂਡ ਸਰਵਿਸ ਹੁੰਦੀ ਆ। ਇਸ ਦੇ ਵਿੱਚ ਕੇਬਲ ਲਾਈਨ ਜਾਂ ਫੋਨ ਲਾਈਨ ਦਾ ਹੋਣਾ ਜ਼ਰੂਰੀ ਨਹੀਂ ਹੁੰਦਾ ਗਾ, ਬਸ ਵਿਦਆਊਟ ਤੁਹਾਨੂੰ ਫੋਨ ਲਾਈਨ ਜਾਂ ਕੇਬਲ ਲਾਈਨ ਤੋਂ ਹੀ ਇੰਟਰਨੈਟ ਸਰਵਿਸ ਦਿੱਤੀ ਜਾ ਸਕਦੀ ਹੈ। ਬਸ ਇਹਦੇ ਵਿੱਚ ਇੱਕ ਸੈਟੇਲਾਈਟ ਫਿੱਟ ਕੀਤੇ ਹੁੰਦੇ ਨੇਗੇ ਉੱਪਰ ਜਿਹਦੇ ਰਾਹੀਂ ਤੁਹਾਡੇ ਕੋਲ ਇੰਟਰਨੈਟ ਪਹੁੰਚਦਾ ਹੈ। ਠੀਕ ਆ, ਸੋ ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਨੀ ਆ ਨੈਕਸਟ ਆਪਣੀ ਜਿਹੜੀ ਲਾਸਟ ਟਾਈਪਸ ਆਫ ਇੰਟਰਨੈਟ ਆ ਉਹਦੇ ਵਿੱਚ ਆਉਂਦਾ 3G ਐਂਡ 4G ਸਰਵਿਸ। 3G and 4G are both network that connect your phone to the internet. The G in each stand for generation. So where 3G means third generation, 4G stand for fourth generation. ਸੋ ਦੋਸਤੋ 3G ਐਂਡ 4G ਸਰਵਿਸ ਉਹ ਸਰਵਿਸ ਜਿਹੜੀ ਕਿ ਸਾਨੂੰ ਮੋਬਾਈਲ ਦੇ ਰਾਹੀਂ ਦਿੱਤੀ ਜਾਂਦੀ ਹੈ। ਇਸ ਦੇ ਵਿੱਚ ਸਾਡੇ ਕੋਲੇ ਮੋਬਾਈਲ ਨੰਬਰ ਹੋਣਾ ਜ਼ਰੂਰੀ ਹੈ, ਫ਼ੋਨ ਨੰਬਰ ਹੋਣਾ ਜ਼ਰੂਰੀ ਹੈ, ਬਸ ਉਸ ਦੇ ਰਾਹੀਂ ਸਾਨੂੰ ਇੰਟਰਨੈਟ ਸਰਵਿਸ ਦਿੱਤੀ ਜਾਂਦੀ ਹੈ। ਇਸ ਦੇ ਵਿੱਚ ਵਾਇਰ ਹੋਣੀ ਜ਼ਰੂਰੀ ਨਹੀਂ ਹੁੰਦੀ। ਸੋ ਇਹ ਸੀ 3G ਐਂਡ 4G ਸਰਵਿਸ। ਸੋ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਨੀ ਆ ਜਿਹੜੀ ਚੀਜ਼ ਬਾਰੇ, ਉਹ ਹੈ ਹਾਰਡਵੇਅਰ। ਹਾਰਡਵੇਅਰ ਮਤਲਬ ਉਹ ਹਾਰਡਵੇਅਰ ਜਿਹੜੇ ਕਿ ਤੁਹਾਡੇ ਕੰਪਿਊਟਰ ਨੂੰ ਇੰਟਰਨੈਟ ਸਰਵਿਸ ਦੇ ਨਾਲ ਜੋੜਨ ਦੇ ਵਿੱਚ ਮਦਦ ਕਰਦੇ ਨੇ। ਸੋ ਸਭ ਤੋਂ ਪਹਿਲਾਂ ਆਪਾਂ ਪੜਾਂਗੇ ਮੋਡਮ ਬਾਰੇ। ਮੋਡਮ ਇਜ਼ ਏ ਸ਼ਾਰਟ ਫॉर ਮੋਡੂਲੇਟਰ ਡੈਮੂਲੇਟਰ। ਇਟ ਇਜ਼ ਏ ਹਾਰਡਵੇਅਰ ਕੰਪੋਨੈਂਟ that allow a computer or another devices such as a router or switch to connect to the internet. It converts or modulates an analog signal from a telephone or cable wire to digital data that a computer can recognize. ਸੋ ਕੀ ਕਿਹਾ ਗਿਆ ਕਿ ਮੋਡੂਲੇਟਰ ਡੈਮੂਲੇਟਰ ਇੱਕ ਛੋਟਾ ਜਿਹਾ ਕੰਪੋਨੈਂਟ ਆ, ਇੱਕ ਇਸ ਤਰ੍ਹਾਂ ਦਾ ਉਪਕਰਨ ਆ ਜਿਹੜਾ ਕਿ ਤੁਹਾਡੇ ਲੈਪਟਾਪ ਨੂੰ ਜਾਂ ਕੰਪਿਊਟਰ ਨੂੰ ਇੰਟਰਨੈਟ ਸਰਵਿਸ ਦੇ ਨਾਲ ਜੋੜਨ ਦੇ ਵਿੱਚ ਮਦਦ ਕਰਦਾ। ਅਗਰ ਤੁਹਾਡੇ ਕੋਲ ਕੰਪਿਊਟਰ ਹੈ ਤਾਂ ਤੁਹਾਨੂੰ ਜ਼ਰੂਰਤ ਪਊਗੀ ਮੋਡਮ ਦੀ, ਜਿਹੜਾ ਕਿ ਤੁਹਾਡੇ ਕੰਪਿਊਟਰ ਨੂੰ ਜਾਂ ਲੈਪਟਾਪ ਨੂੰ ਇੰਟਰਨੈਟ ਸਰਵਿਸ ਦੇ ਨਾਲ ਜੋੜੇ। ਠੀਕ ਆ, ਇਹ ਸਾਰਾ ਕੁਝ ਹੋਊਗਾ ਕੇਬਲ ਤਾਰ ਜਾਂ ਟੈਲੀਫੋਨ ਤਾਰ ਦੇ ਰਾਹੀਂ। ਠੀਕ ਆ, ਜਿਹੜਾ ਕਿ ਤੁਹਾਨੂੰ ਇੰਟਰਨੈਟ ਦੇ ਨਾਲ ਜੋੜਨ ਦੇ ਵਿੱਚ ਮਦਦ ਕਰੂਗਾ। ਸੋ ਮੋਡਮ ਇੱਕ ਤਰ੍ਹਾਂ ਦਾ ਉਹ ਉਪਕਰਨ ਜਿਹੜਾ ਕਿ ਤੁਹਾਡੇ ਕੰਪਿਊਟਰ ਜਾਂ ਲੈਪਟਾਪ ਨੂੰ ਇੰਟਰਨੈਟ ਸਰਵਿਸ ਦੇ ਨਾਲ ਜੋੜਨ ਦੇ ਵਿੱਚ ਮਦਦ ਕਰਦਾ। ਸੋ ਕਈ ਤਰ੍ਹਾਂ ਦੇ ਮੋਡਮਸ ਹੁੰਦੇ ਨੇ ਜਿਵੇਂ ਕੇਬਲ ਮੋਡਮ। ਅਗਰ ਤੁਸੀਂ ਕੇਬਲ ਰਾਹੀਂ ਆਪਣੀ ਇੰਟਰਨੈਟ ਸਰਵਿਸ ਲੈਣੀ ਹੈ ਤਾਂ ਤੁਹਾਨੂੰ ਕੇਬਲ ਮੋਡਮ ਦੀ ਲੋੜ ਪਊਗੀ। ਅਗਰ ਤੁਸੀਂ DSL ਸਰਵਿਸ ਲੈਣੀ ਹੈ ਤਾਂ ਤੁਹਾਨੂੰ DSL ਮੋਡਮ ਦੀ ਲੋੜ ਪਊ। ਸੋ ਅਗਰ ਤੁਸੀਂ ਸੈਟੇਲਾਈਟ ਦੇ ਰਾਹੀਂ ਸਰਵਿਸ ਲੈਣੀ ਹੈ ਤਾਂ ਤੁਹਾਨੂੰ ਸੈਟੇਲਾਈਟ ਮੋਡਮ ਦੀ ਲੋੜ ਪਊਗੀ। ਅਗਰ ਤੁਸੀਂ ਮੋਬਾਈਲ ਰਾਹੀਂ ਬਰੋਡਬੈਂਡ ਕਨੈਕਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਹੜੇ ਮੋਡਮ ਦੀ ਲੋੜ ਪਊਗੀ? ਮੋਬਾਈਲ ਬਰੋਡਬੈਂਡ ਮੋਡਮ ਦੀ ਲੋੜ ਪਊਗੀ। ਸੋ ਇਹ ਡਿਫਰੈਂਸ ਮੋਡਮਸ ਹੁੰਦੇ ਨੇਗੇ ਜਿਹੜੇ ਕਿ ਤੁਹਾਨੂੰ ਇੰਟਰਨੈਟ ਸਰਵਿਸ ਦਿੰਦੇ ਨੇ। ਸੋ ਚਲੋ ਇਹ ਸੀ ਮੋਡਮ। ਸੋ ਆਪਾਂ ਉਸ ਤੋਂ ਬਾਅਦ ਅੱਗੇ ਗੱਲ ਕਰਨੀ ਆ ਰਾਊਟਰਸ ਬਾਰੇ। ਰਾਊਟਰਸ ਕੀ ਹੁੰਦੇ ਆ? ਇਹ ਰਾਊਟਰ ਇਜ਼ ਏ ਹਾਰਡਵੇਅਰ ਡਿਵਾਈਸਿਸ ਦੈਟ ਅਲਾਉਡ ਯੂ ਟੂ ਕਨੈਕਟ ਸਵੇਰੀਅਲ ਕੰਪਿਊਟਰ ਐਂਡ ਅਦਰ ਡਿਵਾਈਸਿਸ ਟੂ ਦਾ ਸਿਗਨਲ ਇੰਟਰਨੈਟ ਕਨੈਕਸ਼ਨ ਵਿਚ ਇਜ਼ ਨਾਊਨ ਐਜ਼ ਏ ਹੋਮ ਨੈਟਵਰਕ। ਇਹ ਰਾਊਟਰ ਇਜ਼ ਏ ਨੈਟਵਰਕ ਡਿਵਾਈਸਿਸ ਦੈਟ ਫਾਰਵਰਡ ਡਾਟਾ ਪੈਕਟ ਬਿਟਵੀਨ ਕੰਪਿਊਟਰ ਨੈਟਵਰਕਸ। ਰਾਊਟਰਸ ਪਰਫਾਰਮ ਦਾ ਟ੍ਰੈਫਿਕ ਡਾਇਰੈਕਟਿੰਗ function on the internet. Data sent through the internet such as a web page or email is in the form of data packets. ਸੋ ਰਾਊਟਰ ਕੀ ਚੀਜ਼ ਆ? ਜਦੋਂ ਤੁਸੀਂ ਘਰ ਦੇ ਵਿੱਚ ਕੋਈ ਨੈਟਵਰਕਿੰਗ ਚਲਾਉਣੀ ਆ, ਠੀਕ ਆ, ਜੇਕਰ ਤੁਸੀਂ ਘਰ ਦੇ ਵਿੱਚ ਨੈਟਵਰਕ ਲੈਣਾ ਤਾਂ ਤੁਹਾਨੂੰ ਜ਼ਰੂਰਤ ਪਊਗੀ ਰਾਊਟਰ ਦੀ। ਠੀਕ ਆ, ਰਾਊਟਰ ਇੱਕ ਤਰ੍ਹਾਂ ਦਾ ਕੰਮ ਕਰਦਾ ਜਿਹਦੇ ਵਿੱਚ ਤੁਸੀਂ ਇੱਕ ਇੰਟਰਨੈਟ ਕਨੈਕਸ਼ਨ ਦੇ ਰਾਹੀਂ ਆਪਣੇ ਫ਼ੋਨ ਨੂੰ ਵੀ ਚਲਾ ਸਕਦੇ ਹੋ, ਆਪਣੇ ਹੋਰ ਲੈਪਟਾਪਸ ਕੰਪਿਊਟਰ ਨੂੰ ਵੀ ਚਲਾ ਸਕਦੇ ਹੋ। ਜਾਣੀ ਦੀ ਰਾਊਟਰ ਇੱਕ ਤਰ੍ਹਾਂ ਦਾ ਉਹ ਉਪਕਰਨ ਜਿਸ ਦੇ ਰਾਹੀਂ ਤੁਸੀਂ ਇੱਕ ਚੀਜ਼ ਨਹੀਂ ਸਗੋਂ ਆਪਣੇ ਕੰਪਿਊਟਰ ਨੂੰ ਵੀ ਚਲਾ ਸਕਦੇ ਹੋ, ਲੈਪਟਾਪ ਨੂੰ ਵੀ ਚਲਾ ਸਕਦੇ ਹੋ, ਮੋਬਾਈਲ ਨੂੰ ਵੀ ਚਲਾ ਸਕਦੇ ਹੋ ਵਾਈਫਾਈ ਰਾਹੀਂ। ਠੀਕ ਆ, ਸੋ ਇਹ ਇੱਕ ਤਰ੍ਹਾਂ ਦਾ ਡਿਵਾਈਸ ਜਿਹੜਾ ਕਿ ਸਿੰਗਲ ਇੰਟਰਨੈਟ ਕਨੈਕਸ਼ਨ ਹੁੰਦਾ ਗਾ ਜਿਹਦੇ ਰਾਹੀਂ ਆਪਾਂ ਆਪਣੇ ਹੋਮ ਨੈਟਵਰਕ ਨੂੰ ਚਲਾ ਸਕਦੇ ਹਾਂ। ਸੋ ਇਸ ਨੂੰ ਇੱਕ ਹੋਮ ਨੈਟਵਰਕ ਵਜੋਂ ਵੀ ਜਾਣਿਆ ਜਾਂਦਾ। ਠੀਕ ਆ, ਸੋ ਇਹ ਇੱਕ ਡਾਟਾ ਪੈਕਟ ਹੁੰਦਾ ਗਾ ਜਿਹਦੇ ਵਿੱਚ ਸਾਨੂੰ ਕੁਝ ਡਾਟਾ ਦੀ ਲਿਮਟ ਮਿਲਦੀ ਆ ਵੀ ਹਾਂ ਤੁਸੀਂ ਇੰਨਾ ਡਾਟਾ ਚਲਾਉਣਾ ਗਾ। ਠੀਕ ਆ, ਸੋ ਨੋਰਮਲੀ ਹੁੰਦਾ ਨਾ ਕਿ ਤੁਸੀਂ ਇੱਕ ਰਾਊਟਰਸ ਲਿਆਉਂਦੇ ਹੋ, ਠੀਕ ਆ, ਘਰ ਦੇ ਵਿੱਚ ਜਿਹਦੇ ਰਾਹੀਂ ਤੁਸੀਂ ਵਾਈਫਾਈ ਕਨੈਕਸ਼ਨ ਲਵਾ ਕੇ, ਠੀਕ ਆ, ਤੁਸੀਂ ਆਪਣੇ ਮੋਬਾਈਲ 'ਤੇ ਵੀ ਚਲਾ ਲੈਂਦੇ ਹੋ। ਠੀਕ ਆ, ਆਪਣੇ ਹੋਰ ਲੈਪਟਾਪ 'ਤੇ। ਹੁਣ ਕੀ ਹੁੰਦਾ ਗਾ ਕਿ ਕਈ ਘਰਾਂ ਦੇ ਵਿੱਚ ਇਹ ਹੁੰਦਾ ਗਾ ਵੀ ਚਲੋ ਆਪਾਂ ਨੂੰ ਕਨੈਕਸ਼ਨ ਚਾਹੀਦਾ ਵੀ ਜਿਹਦੇ ਵਿੱਚ ਲੈਪਟਾਪ ਵੀ ਚਲਾ ਸਕੀਏ, ਜਿਹਦੇ ਵਿੱਚ ਕੰਪਿਊਟਰ ਵੀ ਚਲਾ ਸਕੀਏ, ਮੋਬਾਈਲ ਵੀ ਚਲਾ ਸਕੀਏ ਨਾ, ਤਾਂ ਉਹਦੇ ਲਈ ਆਪਾਂ ਨੂੰ ਰਾਊਟਰ ਦੀ ਜ਼ਰੂਰਤ ਪਊਗੀ। ਸੋ ਇਹ ਇੱਕ ਤਰ੍ਹਾਂ ਦਾ ਉਹ ਉਪਕਰਨ ਜਿਹੜਾ ਇੱਕ ਸਿੰਗਲ ਇੰਟਰਨੈਟ ਦੇ ਰਾਹੀਂ ਸਾਨੂੰ ਇੰਟਰਨੈਟ ਸਰਵਿਸ ਦਿੰਦਾ ਹੈ।
ਸੋ ਦੋਸਤੋ ਅੱਜ ਆਪਾਂ ਨੇ ਟਾਈਪਸ ਆਫ ਇੰਟਰਨੈਟ ਦਾ ਲੈਸਨ ਪੂਰਾ ਕਰ ਦਿੱਤਾ। ਸੋ ਇਸ ਤੋਂ ਬਿਨਾ ਆਪਣਾ ਇੱਕ ਇੰਟਰਾਨੈਟ ਰਹਿ ਗਿਆ ਐਂਡ ਇੱਕ ਈਮੇਲ ਵਾਲਾ ਲੈਸਨ ਰਹਿ ਗਿਆ। ਸੋ ਆਪਾਂ ਹੁਣ ਨੈਕਸਟ ਵੀਡੀਓ ਦੇ ਵਿੱਚ ਕੰਪਲੀਟ ਕਰ ਦਾਂਗੇ। ਸੋ ਦੋਸਤੋ ਅਗਰ ਤੁਹਾਨੂੰ ਮੇਰਾ ਲੈਸਨ ਪਸੰਦ ਆਇਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਕਰੋ। ਸੋ ਓਕੇ ਦੋਸਤੋ, ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ।